हाँ जी। पेज नंबर 89 ਤੋਂ ਸਟਾਰਟ ਕਰਦੇ ਹਾਂ। ਉਸ ਦਿਨ ਆਪਾਂ ਫਿਨਿਸ਼ ਕੀਤਾ ਸੀ ਜਿੱਥੇ ਲਾਸਟ ਤੇ ਮੰਤਰੀ ਜਿਹੜਾ ਸੀ ਉਹ ਕਹਿੰਦਾ ਸੀ ਕਿ ਅਸੀਂ ਵੋਟਾਂ ਲੈਣੀਆਂ ਹੁੰਦੀਆਂ, ਇਸ ਕਰਕੇ ਮਾਤਾ ਪਿਤਾ ਨੂੰ ਖੁਸ਼ ਕਰਨਾ ਪੈਂਦਾ ਆ। ਤਾਂ ਉੱਥੇ ਆਪਾਂ ਸਮ ਅਪ ਕੀਤਾ ਸੀ ਜਿੱਥੇ ਪਾਪਾ ਕਹਿੰਦੇ ਆ ਕਿ ਕੰਪੀਟੀਸ਼ਨ ਦੇ ਜ਼ਮਾਨੇ ਦੇ ਵਿੱਚ ਬੱਚਿਆਂ ਨੂੰ ਜਿਹੜਾ ਆ ਉਹ ਪੜ੍ਹਾਉਣਾ ਹੀ ਪੈਂਦਾ ਆ, ਕਿਉਂਕਿ ਜੇ ਅਸੀਂ ਨਹੀਂ ਪੜ੍ਹਾਵਾਂਗੇ ਤਾਂ ਬੱਚੇ ਜਿਹੜੇ ਆ ਪੜ੍ਹਾਈ ਦੇ ਵਿੱਚ ਪਿੱਛੇ ਰਹਿ ਜਾਣਗੇ। ਔਰ ਜਿਹੜੀ ਮੰਮੀ ਹੈ ਉਹ ਇਹ ਕਹਿੰਦੀ ਸੀ ਕਿ ਜੇਕਰ ਬੱਚਿਆਂ ਦੇ ਉੱਪਰ ਪੜ੍ਹਾਈ ਦਾ ਇੰਨਾ ਜ਼ਿਆਦਾ ਬੋਝ ਆ ਤਾਂ ਉਹਦੇ ਵਿੱਚ ਸਾਰਾ ਕਸੂਰ ਜਿਹੜਾ ਹੈ ਉਹ ਸਕੂਲ ਦੇ ਅਧਿਆਪਕਾਂ ਦਾ ਹੀ ਆ, ਕਿਉਂਕਿ ਉਹ ਸਕੂਲ ਦੇ ਵਿੱਚ ਚੱਜ ਦੇ ਨਾਲ ਪੜ੍ਹਾਉਂਦੇ ਹੀ ਨਹੀਂ ਹੈ। ਜੇਕਰ ਉਹ ਚੱਜ ਦੇ ਨਾਲ ਪੜ੍ਹਾਉਣ ਤਾਂ ਬੱਚਿਆਂ ਨੂੰ ਜਿਹੜਾ ਆ ਨਾ ਇੰਨਾ ਹੋਮਵਰਕ ਮਿਲੇ ਅਤੇ ਨਾ ਹੀ ਬੱਚਿਆਂ ਨੂੰ ਜਿਹੜਾ ਆ ਉਹ ਘਰ ਆ ਕੇ ਇੰਨਾ ਜ਼ਿਆਦਾ ਪੜ੍ਹਨਾ ਪਵੇ। ਅਤੇ ਇਹਦੇ ਵਿੱਚ ਜਿਹੜਾ ਹੈ ਉਹ ਮੰਮੀ ਕਸੂਰ ਅਧਿਆਪਕਾਂ ਦਾ ਕੱਢਦੀ ਹੈ ਕਿ ਸਕੂਲ ਦੇ ਵਿੱਚ ਇਸ ਕਰਕੇ ਪੂਰਾ ਨਹੀਂ ਪੜ੍ਹਾਇਆ ਜਾਂਦਾ, ਕਿਉਂਕਿ ਜੇਕਰ ਸਾਰਾ ਸਿਲੇਬਸ ਸਕੂਲ ਦੇ ਵਿੱਚ ਕਰਾ ਦਿੱਤਾ ਜਾਵੇ ਤਾਂ ਅਧਿਆਪਕਾਂ ਨੂੰ ਨੁਕਸਾਨ ਹੋਏਗਾ। ਕਿਉਂਕਿ ਫਿਰ ਉਹਨਾਂ ਕੋਲ ਟਿਊਸ਼ਨਾਂ ਨਹੀਂ ਆਉਣਗੀਆਂ। ਇਸ ਕਰਕੇ ਜਿਹੜੇ ਆ ਟਿਊਸ਼ਨਾਂ ਲੈਣ ਦੇ ਵਾਸਤੇ ਅਧਿਆਪਕ ਪੂਰਾ ਸਿਲੇਬਸ ਸਕੂਲ ਦੇ ਵਿੱਚ ਨਹੀਂ ਕਰਾਉਂਦੇ। ਪੇਜ ਨੰਬਰ 90 ਤੋਂ ਆਪਾਂ ਕੰਟੀਨਿਊ ਕਰਦੇ ਹਾਂ। ਅਧਿਆਪਕ ਦਾ ਪਾਤਰ ਲੈ ਹੈ ਅਖੇ ਡਿੱਗੀ ਖੋਤੇ ਤੋਂ ਤੇ ਗੁੱਸਾ ਘੁੰਮਿਆ। ਤੇ ਇਹ ਜਿਹੜੀ ਹੈ ਇੱਕ ਪ੍ਰਸਿੱਧ ਪੰਜਾਬੀ ਅਖਾਣ ਹੈ ਜਿਹਦਾ ਮਤਲਬ ਇਹ ਹੈ ਕਿ ਕਸੂਰ ਜਦੋਂ ਕਿਸੇ ਹੋਰ ਦਾ ਹੋਵੇ ਪਰ ਕੱਢਿਆ ਕਿਸੇ ਹੋਰ 'ਤੇ ਜਾਵੇ। ਭਾਵ ਕੀ ਹੈ ਕਿ ਹੁਣ ਇਹਦੇ ਵਿੱਚ ਜਿਹੜੀ ਅਧਿਆਪਕ ਹੈ ਉਹ ਕਹਿੰਦੀ ਆ ਕਿ ਕਸੂਰ ਜਿਹੜਾ ਆ ਕਿ ਜੇਕਰ ਬੱਚਿਆਂ ਦੇ ਉੱਪਰ ਪੜ੍ਹਾਈ ਦਾ ਇੰਨਾ ਜ਼ਿਆਦਾ ਬੋਝ ਹੈ ਤਾਂ ਕਸੂਰ ਭਾਵੇਂ ਜਿਹੜਾ ਆ ਉਹ ਕਿਸੇ ਹੋਰ ਦਾ ਹੀ ਹੈ, ਪਰ ਸਾਰਾ ਕਸੂਰ ਕਿਹਦਾ ਕੱਢਿਆ ਜਾਂਦਾ ਆ? ਅਧਿਆਪਕ ਦਾ ਕੱਢਿਆ ਜਾਂਦਾ ਆ। ਆਖਿਰ ਡਿੱਗੀ ਖੋਤੇ ਤੋਂ ਮਤਲਬ ਕਿ ਜੇਕਰ ਕੋਈ ਬੰਦਾ ਖੋਤੇ ਤੋਂ ਡਿੱਗਾ ਆ ਤਾਂ ਕਸੂਰ ਐਵੇਂ ਜਿਹੜਾ ਆ ਘੁਮਿਆਰ ਦਾ ਕੱਢੀ ਜਾਣਾ। ਭਾਵ ਕਿ ਜੇਕਰ ਬੱਚਿਆਂ ਦੇ ਉੱਪਰ ਪੜ੍ਹਾਈ ਦਾ ਬੋਝ ਹੈ ਤਾਂ ਉਹਦਾ ਕਸੂਰ ਐਵੇਂ ਹੀ ਅਧਿਆਪਕ ਦੇ ਵਿੱਚੋਂ ਕੱਢਿਆ ਜਾਣਾ ਕਿ ਅਧਿਆਪਕ ਜਿਹੜੇ ਆ ਉਹ ਸਿਰਫ ਕਸੂਰਵਾਰ ਆ, ਜ਼ਿਆਦਾ ਹੋਮਵਰਕ ਦਿੰਦੇ ਆ, ਕਲਾਸਾਂ ਵਿੱਚ ਨਹੀਂ ਪੜ੍ਹਾਉਂਦੇ, ਟਿਊਸ਼ਨਾਂ ਦਾ ਲਾਲਚ ਕਰਦੇ ਆ। ਇਸ ਕਰਕੇ ਜਿਹੜੇ ਆ ਉਹ ਪੂਰਾ ਕੰਮ ਸਕੂਲ ਵਿੱਚ ਨਹੀਂ ਕਰਾਉਂਦੇ ਅਤੇ ਬੱਚੇ ਜਿਹੜੇ ਆ ਉਹ ਘਰ ਆ ਕੇ ਪੜ੍ਹਦੇ ਹੀ ਰਹਿੰਦੇ ਨੇ। ਨਾ ਬੀਬੀ ਅਸੀਂ ਤੇਰੇ ਜਵਾਕਾਂ ਕਹਿੰਦੇ ਬੱਚਿਆਂ ਨੂੰ, ਤੇਰੇ ਜਵਾਕਾਂ ਦੀ ਬਾਂਹ ਫੜ ਕੇ ਲਿਆਉਂਦੇ ਆ ਤੇਰੇ ਘਰੋਂ, ਨਾਲੇ ਜੇ ਸਾਨੂੰ ਕੋਈ ਚੱਜ ਨਾਲ ਤਨਖਾਹ ਦੇਵੇ। ਇਹ ਰਾਜੇ ਤੁਸੀਂ ਪੁਆਇੰਟ ਇਕੱਠੇ ਕਰਨੇ ਆ ਅਧਿਆਪਕ ਦੀ ਸੁਣਵਾਈ ਦੇ ਵਿੱਚ ਕਿ ਅਧਿਆਪਕ ਜਿਹੜੇ ਆ ਕਿੰਨਾ ਕਾਰਨਾਂ ਦੇ ਕਰਕੇ ਟਿਊਸ਼ਨਾਂ ਕਰਨ ਦੇ ਲਈ ਮਜਬੂਰ ਆ, ਕਿ ਕੀ ਹਾਲਾਤ ਆ ਜਿਸ ਕਰਕੇ ਅਧਿਆਪਕ ਜਿਹੜੇ ਆ ਦੋਹਰੀ ਮਿਹਨਤ ਕਰਦੇ ਆ, ਵਿਚਾਰੇ ਸਕੂਲਾਂ ਵਿੱਚ ਵੀ ਪੜ੍ਹਾਉਂਦੇ ਆ ਅਤੇ ਨਾਲ ਜਿਹੜੇ ਆ ਘਰ ਆ ਕੇ ਵੀ ਟਿਊਸ਼ਨਾਂ ਕਰਦੇ ਆ। ਉਹਦੇ 'ਚ ਤੁਸੀਂ ਐਡ ਕਰਨੇ ਆ ਇਹ ਕਿ ਸਭ ਤੋਂ ਪਹਿਲਾਂ ਜਿਹੜੀ ਅਧਿਆਪਕ ਕਹਿੰਦੀ ਆ ਕਿ ਅਸੀਂ ਜਿਹੜੇ ਆ ਖੁਦ ਜਵਾਕਾਂ ਨੂੰ ਮਤਲਬ ਬੱਚਿਆਂ ਨੂੰ ਉਹਨਾਂ ਦੇ ਘਰੋਂ ਲੈਣ ਨਹੀਂ ਜਾਂਦੇ ਟਿਊਸ਼ਨਾਂ ਪੜ੍ਹਾਉਣ ਦੇ ਲਈ, ਉਹ ਖੁਦ ਟਿਊਸ਼ਨਾਂ ਪੜ੍ਹਨ ਦੇ ਲਈ ਆਉਂਦੇ ਆ। ਇਸ ਕਰਕੇ ਜੇਕਰ ਬੱਚੇ ਟਿਊਸ਼ਨਾਂ ਪੜ੍ਹਦੇ ਆ ਉਹਨਾਂ ਦੇ ਘਰ ਆਉਂਦੇ ਆ ਅਤੇ ਇਹਦੇ ਵਿੱਚ ਅਧਿਆਪਕ ਦਾ ਕੋਈ ਵੀ ਕਸੂਰ ਨਹੀਂ ਹੈ। ਦੂਸਰਾ ਪੁਆਇੰਟ ਤੁਸੀਂ ਇਹ ਕਰਨਾ ਆ ਕਿ ਜਿਹੜੇ ਅੱਜ ਕੱਲ੍ਹ ਸਕੂਲ ਖੁੱਲ੍ਹੇ ਆ ਜਿਹੜੇ ਕਿ ਅਧਿਆਪਕਾਂ ਤੋਂ ਇੰਨੀ ਜ਼ਿਆਦਾ ਮਿਹਨਤ ਕਰਵਾਉਂਦੇ ਆ ਉਹਨਾਂ ਕੋਲੋਂ, ਪਰ ਉਹਦੇ ਏਵਜ਼ ਦੇ ਵਿੱਚ ਜਿਹੜੀ ਅਧਿਆਪਕ ਦੀ ਤਨਖਾਹ ਆ ਉਹ ਬਹੁਤ ਹੀ ਘੱਟ ਦਿੱਤੀ ਜਾਂਦੀ ਆ। ਤਾਂ ਕਾਹਨੂੰ ਕਰੀਏ ਅਸੀਂ ਟਿਊਸ਼ਨਾਂ ਕਿ ਇਸ ਕਰਕੇ ਜਦੋਂ ਉਹਨਾਂ ਨੂੰ ਤਨਖਾਹ ਘੱਟ ਮਿਲਦੀ ਆ, ਉਹਨਾਂ ਦੇ ਖਰਚੇ ਪੂਰੇ ਨਹੀਂ ਹੁੰਦੇ, ਪਰਿਵਾਰਾਂ ਦੇ ਖਰਚੇ ਨਹੀਂ ਨਿਕਲਦੇ ਤਾਂ ਮਜਬੂਰੀ ਵਿੱਚ ਉਹਨਾਂ ਨੂੰ ਆ ਕੇ ਟਿਊਸ਼ਨਾਂ ਕਰਨੀਆਂ ਪੈਂਦੀਆਂ ਆ। ਮੈਂ ਤਾਂ ਕਹਿੰਦੀ ਆ ਕਿ ਸਾਰਾ ਕਸੂਰ ਇਹਨਾਂ ਸਕੂਲਾਂ ਦੀਆਂ ਮੈਨੇਜਮੈਂਟਾਂ ਦਾ ਹੈ। ਕਰਕੇ ਪੈਸੇ ਇਕੱਠੀਆਂ ਆਪਣੀਆਂ ਐਫਡੀਆਂ ਵਧਾਈ ਜਾਂਦੇ ਆ ਬੈਂਕਾਂ ਵਿੱਚ ਅਤੇ ਟੀਚਰਾਂ ਨੂੰ ਤਨਖਾਹਾਂ ਦੇਣ ਵੇਲੇ ਇਹਨਾਂ ਦੀ ਨਾਨੀ ਮਰਦੀ ਹੈ। ਸੋ ਅਧਿਆਪਕ ਜਿਹੜਾ ਹੈ ਉਹ ਸਾਰਾ ਕਸੂਰ ਜਿਹੜਾ ਸਕੂਲ ਦੀਆਂ ਮੈਨੇਜਮੈਂਟਾਂ ਦੇ ਵਿੱਚ ਕੱਢਦੀ ਹੈ ਕਿ ਫੀਸਾਂ ਲੈਣ ਦੇ ਸਮੇਂ ਜਿਹੜੇ ਆ ਇਹਨਾਂ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਕੰਜੂਸੀ ਨਹੀਂ ਕੀਤੀ ਜਾਂਦੀ, ਦਿਲ ਖੋਲ੍ਹ ਕੇ ਫੀਸਾਂ ਲੈਂਦੇ ਆ, ਸਾਰੇ ਖਰਚੇ ਬੱਚਿਆਂ ਦੇ ਸਿਰ ਪਾਉਂਦੇ ਆ। ਤਾਂ ਇਹ ਆਪਣਾ ਜਿਹੜਾ ਹੈ ਚੰਗਾ ਖਾਸਾ ਜਿਹੜਾ ਹੈ ਖਾਤਾ ਇਕੱਠਾ ਕਰਦੇ ਆ, ਪਰ ਜਦੋਂ ਇਹਨਾਂ ਕੋਲੋਂ ਅਧਿਆਪਕਾਂ ਦੀ ਤਨਖਾਹ ਦੇਣ ਦੀ ਵਾਰੀ ਆਉਂਦੀ ਆ ਤਾਂ ਉਦੋਂ ਇਹਨਾਂ ਦੀ ਨਾਨੀ ਮਰਦੀ ਆ। ਕਿਉਂਕਿ ਤਨਖਾਹ ਦੇਣ ਦੇ ਬਦਲੇ ਜਿਹੜੀ ਆ ਇਹ ਕੰਜੂਸੀ ਵਰਤਦੇ ਆ। ਜਿੰਨੀ ਮਿਹਨਤ ਇਹ ਕਰਾਉਂਦੇ ਆ ਅਧਿਆਪਕਾਂ ਤੋਂ ਉਹਨਾਂ ਦੇ ਏਵਜ਼ ਦੇ ਵਿੱਚ ਬਹੁਤ ਹੀ ਘੱਟ ਤਨਖਾਹ ਜਿਹੜੀ ਆ ਉਹ ਦਿੱਤੀ ਜਾਂਦੀ ਹੈ, ਜਿਸ ਕਰਕੇ ਮਜਬੂਰੀ ਵਿੱਚ ਅਧਿਆਪਕਾਂ ਨੂੰ ਟਿਊਸ਼ਨਾਂ ਕਰਨੀਆਂ ਪੈਂਦੀਆਂ ਆ। ਉਸ ਤੋਂ ਬਾਅਦ ਜਿਹੜਾ ਹੈ ਪ੍ਰਿੰਸੀਪਲ ਦਾ ਕਰੈਕਟਰ ਹੈ ਤੇ ਮਰੇ ਨਾ ਨਾਨੀ ਬਈ ਐਡਾ ਵੱਡਾ ਸਕੂਲ, ਐਡੀਆਂ ਵੱਡੀਆਂ ਬਿਲਡਿੰਗਾਂ, ਫਰਨੀਚਰ, ਸਟਾਫ, ਲੱਖਾਂ ਰੁਪਇਆ ਲੱਗਦਾ ਹੈ। ਸੋ ਉਸ ਤੋਂ ਬਾਅਦ ਜਿਹੜੀ ਪ੍ਰਿੰਸੀਪਲ ਆ ਜਿਹਦੇ ਉੱਪਰ ਇਹ ਦੋਸ਼ ਲਗਾਇਆ ਜਾਂਦਾ ਆ ਕਿ ਉਹ ਉਹਨਾਂ ਦੇ ਕਰਕੇ ਜਿਹੜੇ ਆ ਸਿਲੇਬਸ ਵਧੇ ਹੋਏ ਆ। ਇਸ ਕਰਕੇ ਜਿਹੜੀ ਪ੍ਰਿੰਸੀਪਲ ਹੈ ਉਹ ਕਹਿੰਦੀ ਹੈ ਕਿ ਮਰੇ ਨਾ ਨਾਨੀ ਬਈ ਐਡਾ ਵੱਡਾ ਸਕੂਲ, ਕਿ ਹੁਣ ਜਿਸ ਤਰ੍ਹਾਂ ਜਿਹੜੀ ਆ ਤਰੱਕੀ ਹੁੰਦੀ ਜਾ ਰਹੀ ਹੈ
ਉਸੇ ਤਰ੍ਹਾਂ ਜਿਹੜਾ ਆ ਸਕੂਲ ਦਾ ਇਨਫਰਾਸਟਰਕਚਰ ਭਾਵ ਕੀ ਹੈ ਕਿ ਬਿਲਡਿੰਗਾਂ ਜਿਹੜੀਆਂ ਆ ਉਹ ਵਧੀਆ ਤੋਂ ਵਧੀਆ ਬਣਨੀਆਂ ਸ਼ੁਰੂ ਹੋ ਗਈਆਂ ਆ। ਨਵੇਂ ਤੋਂ ਨਵਾਂ ਫਰਨੀਚਰ, ਕਿਉਂਕਿ ਕੰਪੀਟੀਸ਼ਨ ਦਾ ਜ਼ਮਾਨਾ ਹੈ, ਇਸ ਕਰਕੇ ਹਰ ਸਕੂਲ ਜਿਹੜਾ ਆ ਉਹ ਆਪਣੇ ਆਪ ਨੂੰ ਵਧੀਆ ਬਣਾਉਣਾ ਚਾਹੁੰਦਾ ਹੈ। ਇਸ ਕਰਕੇ ਵਧੀਆ ਬਿਲਡਿੰਗਾਂ ਬਣਾਈਆਂ ਜਾਂਦੀਆਂ ਆ, ਵਧੀਆ ਤੋਂ ਵਧੀਆ ਫਰਨੀਚਰ ਲਿਆਂਦਾ ਜਾਂਦਾ ਆ। ਇਸ ਔਰ ਜਿਹੜਾ ਆ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਵਧੀਆ ਸਟਾਫ ਜਿਹੜਾ ਆ ਉਹ ਰੱਖਿਆ ਜਾਵੇ। ਔਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਪੂਰਾ ਕਰਨ ਦੇ ਲਈ ਸਕੂਲ ਵਾਲੇ ਲੱਖਾਂ ਰੁਪਇਆ ਖਰਚਦੇ ਆ ਤਾਂ ਕਿ ਸਕੂਲ ਦੀ ਜਿਹੜਾ ਹੈ ਚੰਗਾ ਰੈਪੂਟੇਸ਼ਨ ਬਣੇ। ਕਾਹਦੇ ਲਈ? ਕੁਝ ਕਮਾਉਣ ਲਈ ਨਾ। ਇਸ ਕਰਕੇ ਉਹ ਸਾਰਾ ਕੁਝ ਕਰਦੇ ਆ ਤਾਂ ਕਿ ਸਕੂਲਾਂ ਨੂੰ ਕੁਝ ਕਮਾਈ ਹੋਵੇ, ਕੋਈ ਫਾਇਦਾ ਹੋਵੇ। ਮੈਂ ਤਾਂ ਕਹਿੰਦਾ ਕਿ ਕਸੂਰ ਨਾ ਸਰਕਾਰ ਦਾ ਹੈ, ਨਾ ਸਕੂਲਾਂ ਵਾਲਿਆਂ ਦਾ ਹੈ, ਨਾ ਮਾਪਿਆਂ ਦਾ ਹੈ। ਸਰਕਾਰ ਨੀਤੀਆਂ ਬਣਾਉਂਦੀ ਹੈ, ਅਸੀਂ ਸਕੂਲ ਬਣਾਉਂਦੇ ਆ, ਟੀਚਰ ਪੜ੍ਹਾਈ ਕਰਾਉਂਦੇ ਨੇ, ਮਾਪੇ ਇੰਨਾ ਖਰਚ ਕਰਦੇ ਨੇ। ਭਲਾ ਕਾਹਦੇ ਲਈ? ਇਹਨਾਂ ਬੱਚਿਆਂ ਲਈ ਨਾ। ਸਾਰਾ ਕਸੂਰ ਅੱਜ ਕੱਲ੍ਹ ਦੇ ਇਹਨਾਂ ਬੱਚਿਆਂ ਦਾ ਹੈ। ਸੋ ਜਿੱਥੇ ਕਹਾਣੀ ਘੁੰਮ ਫਿਰ ਕੇ ਆਈ ਸੀ ਉੱਥੇ ਹੀ ਫਿਰ ਕਹਾਣੀ ਜਿਹੜੀ ਹੈ ਸਿਮਟ ਗਈ ਕਿ ਅਖੀਰ ਦੇ ਉੱਪਰ ਜਿਹੜਾ ਪ੍ਰਿੰਸੀਪਲ ਨੇ ਇਹ ਨਿਚੋੜ ਕੱਢਿਆ ਕਿ ਸਕੂਲ ਵਾਲੇ ਜਿਹੜੇ ਆ ਉਹ ਇਨਫਰਾਸਟਰਕਚਰ ਦਿੰਦੇ ਆ, ਅਧਿਆਪਕ ਜਿਹੜੇ ਆ ਉਹ ਪੜ੍ਹਾਉਂਦੇ ਆ, ਸਰਕਾਰ ਜਿਹੜੀ ਹੈ ਉਹ ਪੂਰੀਆਂ ਪਾਲਿਸੀਜ਼ ਬਣਾਉਂਦੀ ਹੈ, ਨੀਤੀਆਂ ਬਣਾਉਂਦੀ ਹੈ, ਔਰ ਮਾਤਾ ਪਿਤਾ ਜਿਹੜੇ ਆ ਉਹ ਆਪਣੇ ਬੱਚਿਆਂ ਦੇ ਉੱਪਰ ਪੂਰਾ ਖਰਚ ਕਰਦੇ ਆ। ਇਸ ਕਰਕੇ ਕਿ ਬੱਚਿਆਂ ਦੀ ਪੜ੍ਹਾਈ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਵੀ ਜਿਹੜੀ ਕਮੀ ਨਾ ਰਵੇ। ਇਸ ਕਰਕੇ ਜਿਹੜੇ ਆ ਅਖੀਰ 'ਤੇ ਸਾਰਾ ਕਸੂਰ ਬੱਚਿਆਂ ਦੇ ਵਿੱਚ ਕੱਢਿਆ ਜਾਂਦਾ ਹੈ ਕਿ ਅੱਜ ਕੱਲ੍ਹ ਦੇ ਜਿਹੜੇ ਬੱਚੇ ਆ ਉਹੀ ਪੜ੍ਹਨਾ ਨਹੀਂ ਚਾਹੁੰਦੇ। ਇਸ ਕਰਕੇ ਜੇਕਰ ਇਹ ਰੌਲਾ ਆ ਜਾਂ ਕਹਿ ਲਓ ਇਹ ਸਮੱਸਿਆ ਹੈ ਕਿ ਬੱਚਿਆਂ ਦੇ ਉੱਪਰ ਪੜ੍ਹਾਈ ਦਾ ਬੋਝ ਹੈ, ਤਾਂ ਇਹਦੇ ਵਿੱਚ ਨਾ ਪ੍ਰਿੰਸੀਪਲ, ਨਾ ਅਧਿਆਪਕ, ਨਾ ਮਾਤਾ ਪਿਤਾ ਤੇ ਨਾ ਹੀ ਮੰਤਰੀ, ਕੋਈ ਵੀ ਕਸੂਰਵਾਰ ਨਹੀਂ ਹੈ। ਕਸੂਰਵਾਰ ਸਿਰਫ ਬੱਚੇ ਹੀ ਆ, ਕਿਉਂਕਿ ਉਹ ਆਲਸੀ ਆ, ਉਹ ਪੜ੍ਹਨਾ ਨਹੀਂ ਚਾਹੁੰਦੇ। ਸਾਰੇ ਵੱਡੇ ਹਾਂ ਸਾਰਾ ਕਸੂਰ ਇਹਨਾਂ ਬੱਚਿਆਂ ਦਾ ਹੈ, ਇਹ ਪੜ੍ਹਨਾ ਨਹੀਂ ਚਾਹੁੰਦੇ। ਸਾਰੇ ਬੱਚੇ ਅਸੀਂ ਪੜ੍ਹਨਾ ਚਾਹੁੰਦੇ ਹਾਂ, ਅਸੀਂ ਖੇਡਣਾ ਵੀ ਚਾਹੁੰਦੇ ਹਾਂ, ਪਰ ਬੱਚੇ ਜਿਹੜੇ ਆ ਉਹ ਆਪਣੀ ਜਗ੍ਹਾ ਸਹੀ ਆ ਕਿ ਬੱਚੇ ਜਿਹੜੇ ਆ ਉਹ ਇਸ ਚੀਜ਼ ਤੋਂ ਮੁੱਕਰਦੇ ਨਹੀਂ ਆ ਕਿ ਉਹ ਪੜ੍ਹਨਾ ਨਹੀਂ ਚਾਹੁੰਦੇ। ਉਹ ਜ਼ਰੂਰ ਪੜ੍ਹਨਾ ਚਾਹੁੰਦੇ ਆ, ਆਪਣਾ ਭਵਿੱਖ ਬਣਾਉਣਾ ਚਾਹੁੰਦੇ ਆ, ਪਰ ਉਹ ਨਾਲ ਖੇਡਣ ਲਈ ਵੀ ਕੁਝ ਸਮਾਂ ਚਾਹੁੰਦੇ ਆ। ਦੂਜਾ ਬੱਚਾ, ਪੜ੍ਹਾਈ ਦੀ ਵੀ ਕੋਈ ਹੱਦ ਤਾਂ ਹੋਣੀ ਚਾਹੀਦੀ ਆ। ਮਤਲਬ ਕੀ ਆ ਕਿ ਪੜ੍ਹਾਈ ਦੀ ਕੋਈ ਲਿਮਟ ਹੋਣੀ ਚਾਹੀਦੀ ਆ। ਹਰ ਸਮੇਂ ਅਧਿਆਪਕਾਂ ਵੱਲੋਂ ਔਰ ਮਾਤਾ ਪਿਤਾ ਵੱਲੋਂ ਇੱਕੋ ਹੀ ਚੀਜ਼ ਦਾ ਜ਼ੋਰ ਪਾਇਆ ਜਾਣਾ ਕਿ ਪੜ੍ਹੋ ਜਿਹੜਾ ਆ ਉਹ ਕਿਸੇ ਹੱਦ ਤੱਕ ਸਹੀ ਨਹੀਂ ਆ, ਕਿਉਂਕਿ ਬੱਚੇ ਜਿਹੜੇ ਆ ਉਹ ਕਹਿੰਦੇ ਆ ਕਿ ਪੜ੍ਹਾਈ ਦੀ ਕੋਈ ਜਿਹੜੀ ਆ ਲਿਮਟ ਹੋਣੀ ਚਾਹੀਦੀ ਆ। ਸਾਰਾ ਦਿਨ ਪੜ੍ਹਦੇ ਰਹਿਣਾ ਕੋਈ ਵੀ ਅਕਲਮੰਦੀ ਨਹੀਂ ਆ। ਨੀਲ ਪਰੇ, ਤੁਸੀਂ ਇਹਨਾਂ ਬੱਚਿਆਂ ਨੂੰ ਇਹਨਾਂ ਦੀ ਉਮਰ ਤੋਂ ਜ਼ਿਆਦਾ ਕਿਉਂ ਪੜ੍ਹਾਉਣਾ ਚਾਹੁੰਦੇ ਹੋ? ਸਾਰੇ ਵੱਡੇ, ਪਰ ਇਹਨਾਂ ਨੂੰ ਸਿਲੇਬਸ ਤਾਂ ਪੂਰਾ ਕਰਨਾ ਹੀ ਪਵੇਗਾ। ਵਕੀਲ, ਸਿਲੇਬਸ ਬਹੁਤ ਇੰਪੋਰਟੈਂਟ ਆ ਬੇਟਾ। ਲਾਈਨਸ ਇਹ ਟਿਕ ਕਰ ਲਈਓ। ਸਿਲੇਬਸ ਸਵਾਲ ਤਾਂ ਇਹ ਹੈ ਕਿ ਆਖਰ ਲਗਵਾਉਂਦੇ ਹੀ ਕਿਉਂ ਹੋ ਇੰਨਾ ਸਿਲੇਬਸ? ਸੋ ਅਖੀਰ 'ਤੇ ਜਿਹੜਾ ਵਕੀਲ ਬਣਿਆ ਆ ਉਹ ਅਖੀਰ ਦੇ ਉੱਪਰ ਜਦੋਂ ਸਿਲੇਬਸ ਦਾ ਰੌਲਾ ਪੈਂਦਾ ਆ, ਸਾਰੇ ਹੀ ਵੱਡੇ ਜਿਹੜੇ ਆ ਉਹ ਸਿਲੇਬਸ ਦਾ ਰੌਲਾ ਪਾਉਂਦੇ ਆ ਕਿ ਇਹਨਾਂ ਨੂੰ ਸਿਲੇਬਸ ਪੂਰਾ ਕਰਨਾ ਹੀ ਪੈਣਾ ਆ ਕਿਸੇ ਨਾ ਕਿਸੇ ਤਰ੍ਹਾਂ। ਤਾਂ ਉਸ ਸਮੇਂ ਵਕੀਲ ਜਿਹੜਾ ਹੈ ਉਹ ਇਹ ਕਹਿੰਦਾ ਆ ਕਿ ਆਖਰ ਇੰਨਾ ਸਿਲੇਬਸ ਲਿਖਵਾਇਆ ਹੀ ਕਿਉਂ ਜਾਂਦਾ ਆ ਸਕੂਲ ਵਿੱਚ, ਜਿਹੜਾ ਕਿ ਬੱਚਿਆਂ ਦੇ ਲਈ ਪੂਰਾ ਕਰਨਾ ਔਖਾ ਆ। ਕਿਉਂਕਿ ਜਿਸ ਨੂੰ ਪੂਰਾ ਕਰਦੇ ਬੱਚਿਆਂ ਦਾ ਪੂਰਾ ਬਚਪਨ ਹੀ ਖਤਮ ਹੋ ਜਾਂਦਾ, ਕਿਉਂਕਿ ਸਿਲੇਬਸ ਇੰਨਾ ਜ਼ਿਆਦਾ ਹੁੰਦਾ ਕਿ ਉਹਨੂੰ ਖਤਮ ਕਰਦੇ ਵਿਚਾਰੇ ਬੱਚਿਆਂ ਦਾ ਬਚਪਨ ਜਿਹੜਾ ਹੈ ਉਹ ਖਤਮ ਹੀ ਹੋ ਜਾਂਦਾ ਆ। ਕਿਵੇਂ ਆਜ਼ਾਦੀ ਨਾਲ ਜਿਉਣਾ ਆ, ਖੇਡਣਾ ਆ, ਉਹ ਸਾਰੀ ਚੀਜ਼ਾਂ ਜਿਹੜੀਆਂ ਆ ਬੱਚੇ ਦੀਆਂ ਪਿੱਛੇ ਰਹਿ ਜਾਂਦੀਆਂ ਆ ਔਰ ਸਾਰਾ ਦਿਨ ਇੱਕ ਪੜ੍ਹਾਈ ਦਾ ਬੋਝ ਉਹਨਾਂ ਦੇ ਪੱਲੇ ਪੈਂਦਾ ਆ। ਪਰ ਖਤਮ ਨਹੀਂ ਹੁੰਦਾ ਸਿਲੇਬਸ। ਉਹ ਖੇਡਣ ਲਈ ਵਕਤ ਮੰਗਦੇ ਨੇ, ਪਰ ਤੁਸੀਂ ਦੇ ਦਿੰਦੇ ਹੋ ਸਿਲੇਬਸ। ਇਸ ਸਿਲੇਬਸ ਨੂੰ ਪੂਰਾ ਕਰਦੇ ਉਹਨਾਂ ਦੀਆਂ ਅੱਖਾਂ 'ਤੇ ਐਨਕਾਂ ਲੱਗ ਜਾਂਦੀਆਂ ਨੇ, ਸਿਰ ਹੇਠਾਂ ਨੂੰ ਝੁਕ ਜਾਂਦੇ ਨੇ, ਸਾਰੇ ਸੁਪਨੇ ਮੁੱਕ ਜਾਂਦੇ ਨੇ, ਪਰ ਮੁੱਕਦਾ ਨਹੀਂ ਸਿਲੇਬਸ। ਸੋ ਇਹ ਸਾਰਾ ਦੱਸਿਆ ਆ ਕਿ ਇੰਨਾ ਜ਼ਿਆਦਾ ਸਿਲੇਬਸ ਹੋਣ ਦੇ ਨਾਲ ਜਿਹੜੇ ਬੱਚਿਆਂ ਦੇ ਸੁਪਨੇ ਆ, ਬੱਚੇ ਬਚਪਨ ਨੂੰ ਖੁੱਲ੍ਹ ਕੇ ਜੀਣਾ ਚਾਹੁੰਦੇ ਆ, ਉਹ ਸੁਪਨੇ ਉਹਨਾਂ ਦੇ ਅਧੂਰੇ ਹੀ ਰਹਿ ਜਾਂਦੇ ਆ, ਕਿਉਂਕਿ ਉਹਨਾਂ ਦਾ ਸਾਰਾ ਬਚਪਨ ਜਿਹੜਾ ਆ ਇਸ ਸਿਲੇਬਸ ਨੂੰ ਮੁਕਾਉਣ ਦੇ ਵਿੱਚ ਹੀ ਲੱਗ ਜਾਂਦਾ ਆ। ਇੱਕ ਦਿਨ ਸਿਲੇਬਸ ਨੂੰ ਪੂਰਾ ਕਰਦੇ ਸ਼ਾਇਦ ਉਹ ਖੁਦ ਪੂਰੇ ਹੋ ਜਾਣਗੇ ਮਤਲਬ ਰੱਬ ਨੂੰ ਪਿਆਰੇ ਹੋ ਜਾਣਗੇ, ਪਰ ਫਿਰ ਵੀ ਬਚਿਆ ਰਹੇਗਾ ਸਿਲੇਬਸ। ਕਿ ਇੰਨਾ ਜਿਹੜਾ ਸਿਲੇਬਸ ਇੰਨਾ ਜ਼ਿਆਦਾ ਹੈ ਕਿ ਲੱਗਦਾ ਆ ਕਿ ਬੱਚਿਆਂ ਨੇ ਇਸ ਦੁਨੀਆ ਤੋਂ ਚਲੇ ਜਾਣਾ, ਪਰ ਉਹਨਾਂ ਦਾ ਸਿਲੇਬਸ ਮੁੱਕਣਾ ਨਹੀਂ। ਆਪਣੇ ਹੀ ਹੱਥੀਂ ਆਪਣੀ ਹੀ ਆਉਣ ਵਾਲੀ ਨਸਲ ਨੂੰ ਖਤਮ ਕਰਨ ਵਾਲਿਓ, ਇਹ ਜਿਹੜਾ ਹੈ ਬੇਟੇ ਅੱਜ ਕੱਲ੍ਹ ਜਿਹੜੇ ਕਹਿ ਲਓ ਇੱਕ ਤਰ੍ਹਾਂ ਦੇ ਵੱਡੇ ਜਾਂ ਆਉਣ ਵਾਲੀ ਪੀੜ੍ਹੀ, ਉਹਨਾਂ ਨੂੰ ਸੰਬੋਧਨ ਕੀਤਾ ਗਿਆ ਆ
कि अपने ही हथी अपनी आने वाली नस्ल मतलब आने वालियां जनरेशनस आने वालियां पीढ़ियां नूं खत्म करने वाले हो किवें खत्म कर रहे हैं माता पिता अपने बच्चों नूं पढ़ाई दे बोझ हेठां दबा के जे इदां ही वधदा रहा तुहाडे स्कूलों का सिलेबस स्कूलों वालियां नूं कह रहे हैं वड्डियां नूं जिन्ने भी आ जिहड़े कि बच्चों के उपर पढ़ाई का बोझ पाते आ कि जे इसे तरह स्कूलों का सिलेबस ਵੱਧਦਾ ਗਿਆ ਬੱਚੇ ਖਤਮ ਹੋ ਜਾਣਗੇ ਦੁਨੀਆ ਤੋਂ ਤਾਂ ਹੌਲੀ ਹੌਲੀ ਜਿਹੜੇ ਬੱਚੇ ਪੋਲੇ ਪਾਲੇ ਬੱਚੇ ਆ ਉਹ ਇਸ ਦੁਨੀਆ ਤੋਂ ਖਤਮ ਹੋ ਜਾਣਾ ਆ ਔਰ ਉਹਨਾਂ ਦੇ ਪੱਲੇ ਸਿਰਫ ਕੀ ਪੈਣਾ ਆ ਸਿਲੇਬਸ ਹੀ ਪੈਣਾ ਆ ਕਿਉਂਕਿ ਬਚਪਨ ਤਾਂ ਉਹਨਾਂ ਦਾ ਰਹਿਣਾ ਹੀ ਨਹੀਂ ਹੁਣ ਤੁਸੀਂ ਹੀ ਫੈਸਲਾ ਕਰੋ ਕਿ ਚਾਹੀਦਾ ਹੈ ਤੁਹਾਨੂੰ ਜ਼ਿੰਦਗੀ ਦੇ ਗਿਆਨ ਨਾਲ ਭਰੀ ਆਪਣੀ ਨਵੀਂ ਨਸਲ ਮਤਲਬ ਕੀ ਹੈ ਕਿ ਤੁਸੀਂ ਕੀ ਚਾਹੁੰਦੇ ਹੋ ਕਿ ਤੁਹਾਡੇ ਬੱਚੇ ਜਿਹੜੇ ਆ ਉਹ ਗੁਣਵਾਨ ਬਣਨ ਗਿਆਨਵਾਨ ਬਣਨ ਜਾਂ ਕਿਤਾਬਾਂ ਦੇ ਬੋਝ ਨਾਲ ਭਰਿਆ ਇਹ ਸਿਲੇਬਸ ਕੀ ਚਾਹੁੰਦੇ ਹੋ ਕਿ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਉਹਨਾਂ ਨੂੰ ਕੋਈ ਗਿਆਨ ਹੋਵੇ ਕੋਈ ਨੌਲੇਜ ਹੋਵੇ ਜਾਂ ਉਹ ਬੱਚੇ ਜਿਹੜੇ ਆ ਉਹ ਸਿਰਫ ਕਿਤਾਬਾਂ ਦੇ ਬੋਝ ਹੇਠਾਂ ਦੱਬੇ ਹੋਣ ਜਾਂ ਉਹਨਾਂ ਦੀ ਸਾਰੀ ਉਮਰ ਜਿਹੜੀ ਹੈ ਬਚਪਨ ਉਹਨਾਂ ਦਾ ਸਿਲੇਬਸ ਖਤਮ ਕਰਨ ਵਿੱਚ ਹੀ ਨਿਬੜੇ ਦੈਟਸ ਆਲ ਮੀ ਲਾਰਡ ਇੱਥੇ ਜਿਹੜਾ ਕਹਿ ਲਓ ਵਕੀਲ ਭਾਵ ਜਿਹੜਾ ਵਿੱਕੀ ਹੈ ਉਹ ਆਪਣੀ ਸਾਰੀ ਗੱਲ ਖਤਮ ਕਰਦਾ ਹੈ कुछ पल उदासी छाई रहिंदी है नील पली बहुत भावुक है ये तुसी जड़ा बेटा नील परी का पैरा शुरू होया आ ये करना आ कि नील परी जड़ी है वो अपनी कचहरी दे विच अखीर च की फैसला सुनाती है जदों वो सारे अध्यापक नूं प्रिंसीपल नूं माता पिता नूं मंत्री नूं सारिਆਂ ਨੂੰ ਵਾਰੀ-ਵਾਰੀ ਸੱਦਦੀ ਆ ਸਾਰੇ ਜਿਹੜੇ ਆ ਉਹ ਆਪਣਾ ਦੋਸ਼ ਨਹੀਂ ਮੰਨਦੇ ਔਰ ਅਖੀਰ ਦੇ ਵਿੱਚ ਜਿਹੜਾ ਵਿੱਕੀ ਹੈ ਜਿਹੜਾ ਵਕੀਲ ਬਣਿਆ ਹੈ ਉਹ ਅਖੀਰ ਤੇ ਇਹੀ ਜਿਹੜਾ ਨਿਚੋੜ ਕੱਢਦਾ ਆ ਕਿ ਕਿਉਂ ਇੰਨਾ ਜ਼ਿਆਦਾ ਸਿਲੇਬਸ ਬਣਿਆ ਆ ਜਿਹਨੂੰ ਖਤਮ ਕਰਦੇ ਕਰਦੇ ਸਾਡੀ ਆਉਣ ਵਾਲੀ ਨਸਲ ਜਿਹੜੀ ਹੈ ਉਹ ਬਰਬਾਦ ਹੋ ਰਹੀ ਹੈ ਤਾਂ ਉਸ ਤੋਂ ਬਾਅਦ ਜਿਹੜੀ ਨੀਲ ਪਰੀ ਹੈ ਉਹ ਇਸ ਮੁਕੱਦਮੇ ਦੀ ਅੰਤਿਮ ਕਹਿ ਲਓ ਆਪਣੀ ਸੁਣਵਾਈ ਤੋਂ ਬਾਅਦ ਫੈਸਲਾ ਸੁਣਾਉਂਦੀ ਹੈ और वो की फैसला सुनाती है वो है मुकदमे नाल जुड़ियां सारियां गल्लां नूं बड़े ध्यान नाल सुनन उपरंत असी इस नतीजे ते पहुंचे हैं कि बिना शक बच्चों के लिए पढ़ना बहुत ज़रूरी है क्योंकि पढ़न नाल व्यक्ति का मानसिक विकास हुंदा है मानसिक विकास मतलब इंटैक्चुअल लैवल बंदे का मैंटल लैवल कदों वधदा आ जदों व्यक्ति पढ़ता है सो नील परी सब तो पहला अपनी फैसले दे विच ये ਜ਼ਾਹਰ करती है कि बच्चों के लिए पढ़ना बहुत ही ज़रूरी है क्योंकि बच्चे का मानसिक विकास उदों तक नहीं हो सकता जदों तक बच्चे कोल ज्ञान ना हो सारे वड्डे ताड़ियां मार के खुशी जाहिर करते हैं किस चीज़ का भाव ਜ਼ਾਹਰ करते हैं कि शायद ਜਿਹੜੇ है ਵੱਡਿਆਂ ਦੇ ਹੱਕ ਵਿੱਚ ਸੁਣਵਾਈ ਹੋ ਗਈ फैसला ਵੱਡਿਆਂ ਦੇ ਹੱਕ ਵਿੱਚ ਹੋ ਗਿਆ ਵੱਡੇ ਸਾਰੇ खुश हो जाते हैं ये सुन के कि ਜਿਹੜੇ है नील परी ने नील परी ने जड़ा है वो पढ़ाई के हक विच फैसला सुनाया इस करके सारे खुश हो जाते हैं तो एक दूजे नूं वधाई दिंदे हैं जदों कि बच्चों के चेहरे मुरझा जाते बच्चे उदास हो जाते हैं ये सोच के कि शायद नील परी जड़ी है वो भी यही चाहती है कि बच्चों के लिए पढ़ना बहुत ज़रूरी है पर जिन्ना एक व्यक्ति लिए मानसिक विकास ज़रूरी है उन्ना ही ज़रूरी है शरीर का विकास क्योंकि जे शरीर ही तंदुरुस्त नहीं होगा मन का विकास नहीं हो सकेगा पर नील परी जड़ी है वो सिर्फ मानसिक विकास नूं ही तरजीह नहीं दिंदी पहल नहीं दिंदी वो की कहती है कि जेकर बच्चे का मानसिक विकास होना ज़रूरी है तो उहदे नाल शरीरक विकास भी बहुत ही ज़रूरी है क्योंकि शरीर का विकास उदों तक संभव नहीं है जो मन का विकास जदों तक शरीर का विकास नहीं होएगा मन का विकास भी नहीं होएगा क्योंकि एक तंदुरुस्त शरीर दे विच ही तंदुरुस्त दिमाग रहिंदा है जे बच्चों के मन ते बोझ घट होवे तां उन्हां कोल खेडण अते मनोरंजन करन दा समां वक्त होवेगा इसलिए उन्होंने पढ़ाई जिन्नी जरूरी है उन्ना जरूरी है खेडना सो नील परी की कचहरी दे विच जिहड़ा मुकदमा चलिया उहदे विच नील परी ने ना सिर्फ वड्डियां दे हक विच आवाज़ जिहड़ी है बुलंद की है बल्कि बच्चियां दे हक विच भी आवाज़ बुलंद की है कि बच्चियां दे लई सिर्फ पढ़ना ही ज़रूरी नहीं है सगों उन्हां दे लई खेडना और मनोरंजन करना भी उन्ना ही ज़रूरी है सो जदों ये सुनते आ तां सारे ही बच्चे जिहड़े आ ताड़ियां मार के खुशी ज़ाहिर करते हैं अते एक दूजे नूं वधाई दिंदे आ जदों कि वड्डियां दे चेहरे मुरझा जाते हैं मम्मी पर खेडण लई तां जी सारी उम्र पई है जदों नील परी अपना फैसला सुनाती है कि बच्चों के लिए खेडना ते पढ़ना दोनों ज़रूरी है शरीरक ते मानसिक विकास दोनों ही ज़रूरी है तो उस समय जिहड़ी मम्मी है वो इस चीज़ नाल राज़ी नहीं है क्योंकि वो ये सोचती है कि
ਮੰਮੀ ਪਰ ਖੇਡਣ ਲਈ ਤਾਂ ਜੀ ਸਾਰੀ ਉਮਰ ਪਈ ਹੈ। ਸੋ ਮੰਮੀ ਜਿਹੜੀ ਹੈ ਉਹ ਕੀ ਕਹਿੰਦੀ ਹੈ ਕਿ ਹਜੇ ਜਿਹੜੀ ਆ ਉਮਰ ਪੜ੍ਹਨ ਦੀ ਹੈ, ਬੱਚੇ ਜਿਹੜੇ ਆ ਖੇਡ ਤਾਂ ਕਿਸੇ ਉਮਰ ਵਿੱਚ ਵੀ ਸਕਦੇ ਆ, ਬਹੁਤ ਉਮਰ ਪਈ ਹੈ ਨੀਲ ਪਰੀ, ਉਹ ਉਮਰ ਪੜ੍ਹਨ ਦੇ ਵੀ ਤਾਂ ਕੰਮ ਆ ਸਕਦੀ ਹੈ ਪਾਪਾ। ਪਰ ਜੀ ਕੰਪੀਟੀਸ਼ਨ ਦਾ ਜ਼ਮਾਨਾ ਹੈ ਨੀਲ ਪਰੀ, ਇਹ ਕੰਪੀਟੀਸ਼ਨ ਵੀ ਤਾਂ ਤੁਸੀਂ ਵੱਡਿਆਂ ਨੇ ਹੀ ਪੈਦਾ ਕੀਤਾ ਹੈ। ਆਪਣੀਆਂ ਅਧੂਰੀਆਂ ਇੱਛਾਵਾਂ ਬੱਚਿਆਂ 'ਤੇ ਠੁੱਸਣਾ ਬੰਦ ਕਰ ਦਿਓ, ਕੰਪੀਟੀਸ਼ਨ ਆਪਣੇ ਆਪ ਖਤਮ ਹੋ ਜਾਏਗਾ। ਇਹ ਤੁਸੀਂ ਕਰਨਾ ਹੈ ਦੂਸਰਾ ਪੁਆਇੰਟ ਨੀਲ ਪਰੀ ਦੀ ਕਚਹਿਰੀ ਦਾ ਦੂਸਰਾ ਪੁਆਇੰਟ, ਜਿਹਦੇ ਵਿੱਚ ਜਿਹੜੀ ਹੈ ਨੀਲ ਪਰੀ ਇਹ ਵੱਡਿਆਂ ਨੂੰ ਕਹਿ ਲਓ ਕਿ ਇੱਕ ਨਸੀਹਤ ਦਿੰਦੀ ਹੈ ਕਿ ਜੇਕਰ ਉਹ ਆਪਣੀਆਂ ਅਧੂਰੀਆਂ ਇੱਛਾਵਾਂ ਬੱਚਿਆਂ ਦੇ ਉੱਪਰ ਥੋਪਣਾ ਬੰਦ ਕਰ ਦੇਣ ਤਾਂ ਆਪਣੇ ਆਪ ਹੀ ਜਿਹੜੀ ਕੰਪੀਟੀਸ਼ਨ ਪੈਦਾ ਕੀਤਾ ਹੋਇਆ ਆ ਉਹ ਖਤਮ ਹੋ ਜਾਵੇਗਾ। ਕਿਉਂਕਿ ਹਰ ਬੱਚਾ ਜਿਹੜਾ ਆ ਉਹ ਪੜ੍ਹਨ ਦੀ ਆਪਣੀ ਵੱਖਰੀ ਕਪੈਸਿਟੀ ਰੱਖਦਾ ਆ। ਜੇਕਰ ਅਸੀਂ ਇਹ ਕਹਿ ਲਓ ਕਿ ਆਪਣੀਆਂ ਇੱਛਾਵਾਂ ਨੂੰ ਠੁੱਸਣਾ ਬੰਦ ਕਰਾਂਗੇ ਤੇ ਬੱਚਾ ਜਿਹੜਾ ਆ ਆਪਣੇ ਹਿਸਾਬ ਨਾਲ ਆਪੇ ਹੀ ਪੜ੍ਹੇਗਾ ਪ੍ਰਿੰਸੀਪਲ। ਪਰ ਜੇ ਬੱਚਿਆਂ ਦੇ ਮਨ ਤੋਂ ਪੜ੍ਹਾਈ ਦਾ ਬੋਝ ਲੈ ਗਿਆ, ਉਹਨਾਂ ਵਿੱਚ ਡਿਸਿਪਲਨ ਖਤਮ ਹੋ ਜਾਏਗਾ। ਡਿਸਿਪਲਨ ਮਤਲਬ ਅਨੁਸ਼ਾਸਨ ਖਤਮ ਹੋ ਜਾਏਗਾ। ਸੋ ਪ੍ਰਿੰਸੀਪਲ ਇਹ ਕਹਿੰਦੀ ਹੈ ਕਿ ਬੱਚਿਆਂ ਦੇ ਵਿੱਚ ਜਿਹੜਾ ਅਨੁਸ਼ਾਸਨ ਹੈ ਉਹ ਸਿਰਫ ਪੜ੍ਹਨ ਦੇ ਨਾਲ ਹੀ ਆਉਂਦਾ ਆ, ਪਰ ਜੀ ਉਹਨਾਂ ਦੇ ਮਨਾਂ 'ਤੇ ਪੜ੍ਹਾਈ ਦਾ ਬੋਝ ਇੱਦਾਂ ਹੀ ਪਿਆ ਰਿਹਾ ਤਾਂ ਇੱਕ ਦਿਨ ਉਹ ਖੁਦ ਖਤਮ ਹੋ ਜਾਣਗੇ। ਅਧਿਆਪਕਾ ਨੇਤਾ ਜੀ ਤੁਸੀਂ ਹੀ ਨੀਲ ਪਰੀ ਨੂੰ ਕੁਝ ਸਮਝਾਓ ਨਾ। ਮੰਤਰੀ ਓਹੋ ਨੀਲ ਪਰੀ ਜੀ ਤੁਸੀਂ ਸਮਝਦੇ ਕਿਉਂ ਨਹੀਂ। ਨੀਲ ਪਰੀ ਹੁਣ ਗੁੱਸੇ ਨਾਲ ਖੜੀ ਹੋ ਕੇ ਸਭ ਸਮਝਦੀ ਹਾਂ ਤੁਹਾਡੇ ਵੱਡਿਆਂ ਦੀਆਂ ਚਾਲਾਂ ਨੂੰ। ਤੁਸੀਂ ਵੱਡੇ ਆਪਣੇ ਆਪ ਨੂੰ ਬਹੁਤ ਸਿਆਣਾ ਸਮਝਦੇ ਹੋ ਨਾ। ਤੁਸੀਂ ਸਮਝਦੇ ਹੋ ਕਿ ਬੱਚੇ ਨਾ ਸਮਝਣੇ ਤੁਹਾਡੇ ਉੱਪਰ ਨਿਰਭਰ ਨੇ। ਤੁਸੀਂ ਜੋ ਕੁਝ ਕਰਨ ਲਈ ਇਹਨਾਂ ਨੂੰ ਹੁਕਮ ਦਿਓਗੇ ਇਹ ਚੁੱਪਚਾਪ ਮੰਨ ਲੈਣਗੇ। ਠੀਕ ਹੈ, ਤੁਹਾਡੀ ਹਰ ਖੁਆਇਸ਼ ਨੂੰ ਪੂਰਾ ਕਰਨ ਲਈ ਆਪਣੇ ਬਚਪਨ ਦੀ ਕੁਰਬਾਨੀ ਦੇਣਾ ਇਹਨਾਂ ਦੀ ਮਜਬੂਰੀ ਹੈ। ਪਰ ਤੁਸੀਂ ਕਦੇ ਇਹਨਾਂ ਦੇ ਮਨਾਂ ਅੰਦਰ ਝਾਤੀ ਮਾਰ ਕੇ ਵੀ ਵੇਖਿਆ ਹੈ ਕਿ ਇਹਨਾਂ ਦੀਆਂ ਖੁਆਇਸ਼ਾਂ ਨੇ? ਨਹੀਂ। ਪਰ ਤੁਹਾਨੂੰ ਲੋੜ ਵੀ ਕੀ ਹੈ, ਭੁੱਲ ਗਏ ਹੋ? ਤੁਸੀਂ ਵੀ ਕਦੇ ਬੱਚੇ ਸੀ ਬੌਣੇ ਜਾਦੂਗਰ। ਸੋ ਇਹ ਤੇਰਾ ਹੈ ਤੀਜੀ ਕਹਿ ਲਓ ਕਿ ਨੀਲ ਪਰੀ ਦੀ ਤੀਸਰੀ ਨਸੀਹਤ ਹੈ ਵੱਡਿਆਂ ਨੂੰ ਕਿ ਜਿਹੜੇ ਮਾਤਾ ਪਿਤਾ ਹੈ ਉਹ ਕਦੇ ਵੀ ਆਪਣੇ ਬੱਚੇ ਦੀਆਂ ਭਾਵਨਾਵਾਂ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ, ਹਮੇਸ਼ਾ ਆਪਣਾ ਜਿਹੜਾ ਫੈਸਲਾ ਆ ਉਹ ਬੱਚਿਆਂ ਦੇ ਉੱਪਰ ਥੋਪਦੇ ਆ। ਸੋ ਇੱਥੇ ਨੀਲ ਪਰੀ ਜਿਹੜੀ ਹੈ ਉਹ ਇਹ ਕਹਿਣਾ ਚਾਹੁੰਦੀ ਹੈ ਕਿ ਉਹਨਾਂ ਨੂੰ ਆਪਣੇ ਬੱਚਿਆਂ ਦੇ ਅੰਦਰ ਝਾਤੀ ਮਾਰਨੀ ਚਾਹੀਦੀ ਹੈ, ਅੰਦਰ ਵੇਖਣਾ ਚਾਹੀਦਾ ਆ ਕਿ ਅਸਲ ਮਾਇਨੇ ਦੇ ਵਿੱਚ ਉਹਨਾਂ ਦੇ ਬੱਚੇ ਕੀ ਚਾਹੁੰਦੇ ਆ। ਜੇਕਰ ਉਹ ਆਪਣੇ ਬੱਚਿਆਂ ਦੀਆਂ ਭਾਵਨਾਵਾਂ ਨੂੰ ਸਮਝਣਗੇ ਤਾਂ ਹਮੇਸ਼ਾ ਜਿਹੜੇ ਆ ਇਸ ਪੜ੍ਹਾਈ ਦੇ ਬੋਝ ਤੋਂ ਬੱਚਿਆਂ ਨੂੰ ਛੁਟਕਾਰਾ ਦਿਵਾਉਣਗੇ ਤੇ ਕੰਪੀਟੀਸ਼ਨ ਨੂੰ ਵੀ ਹਮੇਸ਼ਾ ਦੇ ਲਈ ਖਤਮ ਕਰਨਗੇ। ਜਾਦੂਗਰ ਜੀ ਨੀਲ ਪਰੀ ਇਸ ਤਰ੍ਹਾਂ ਅਪੀਲਾਂ ਤੇ ਦਲੀਲਾਂ ਨਾਲ ਸਿਆਣਿਆਂ ਨੂੰ ਬੱਚਿਆਂ ਦੇ ਦਰਦ ਦਾ ਅਹਿਸਾਸ ਨਹੀਂ ਹੋਏਗਾ। ਸੋ ਜਦੋਂ ਨੀਲ ਪਰੀ ਇਹ ਦੇਖਦੀ ਆ ਕਿ ਵੱਡਿਆਂ ਦੇ ਉੱਪਰ ਉਹਦੇ ਫੈਸਲੇ ਦਾ ਕੋਈ ਅਸਰ ਨਹੀਂ ਹੋ ਰਿਹਾ, ਜਿਹੜੇ ਵੱਡੇ ਆ ਉਹ ਆਪਣੀ ਜ਼ਿੱਦ ਦੇ ਉੱਪਰ ਅੜੇ ਹੋਏ ਆ, ਤਾਂ ਜਿਹੜੀ ਨੀਲ ਪਰੀ ਹੈ ਉਹ ਆਪਣੇ ਜਾਦੂਗਰ ਨੂੰ ਕੀ ਆਦੇਸ਼ ਦਿੰਦੀ ਹੈ, ਆਪਣੇ ਜਾਦੂ ਨਾਲ ਜਰਾ ਇਹਨਾਂ ਦੇ ਬਚਪਨ ਯਾਦ ਕਰਵਾਓ ਤਾਂ ਕਿ ਇਹਨਾਂ ਨੂੰ ਪਤਾ ਲੱਗੇ ਕਿ ਬੱਚੇ ਕੀ ਚਾਹੁੰਦੇ ਆ। ਅਖੀਰ ਦੇ ਵਿੱਚ ਜਿਹੜੀ ਨੀਲ ਪਰੀ ਹੈ ਜਦੋਂ ਦੇਖਦੀ ਹੈ ਕਿ ਸਮੱਸਿਆ ਜਿਹੜੀ ਹੈ ਉਹ ਸੁਲਝਦੀ ਨਹੀਂ ਹੈ, ਹੱਲ ਨਹੀਂ ਹੁੰਦੀ, ਤਾਂ ਅਖੀਰ ਜਿਹੜੀ ਹੈ ਉਹ ਜਾਦੂਗਰ ਨੂੰ ਆਦੇਸ਼ ਦਿੰਦੀ ਹੈ ਕਿ ਜਿੰਨੇ ਵੀ ਵੱਡੇ ਆ ਉਹਨਾਂ ਨੂੰ ਉਹਨਾਂ ਦੇ ਬਚਪਨ ਵਿੱਚ ਭੇਜ ਦਿੱਤਾ ਜਾਵੇ ਤਾਂ ਕਿ ਉਹਨਾਂ ਨੂੰ ਅਹਿਸਾਸ ਹੋ ਸਕੇ ਕਿ ਅਸਲ ਮਾਇਨੇ ਦੇ ਵਿੱਚ ਉਹ ਆਪਣੇ ਬਚਪਨ ਦੇ ਵਿੱਚ ਕੀ ਕਰਦੇ ਰਹੇ ਆ। ਜਾਦੂਗਰ ਹੁਣੇ ਲਓ ਨੀਲ ਪਰੀ ਜੀ ਮੰਤਰ ਪੜ੍ਹਦਾ ਹੈ, ਛੜੀ ਹਿਲਾਉਂਦਾ ਹੈ, ਇੱਕ ਧਮਾਕੇ ਨਾਲ ਵੱਡਿਆਂ ਦਾ ਸੁਭਾਅ ਬਦਲਦਾ ਹੈ ਤੇ ਉਹ ਨਿੱਕੇ ਬੱਚਿਆਂ ਵਰਗਾ ਵਿਵਹਾਰ ਕਰਨਾ ਸ਼ੁਰੂ ਕਰ ਦਿੰਦੇ ਹਨ। ਪ੍ਰਿੰਸੀਪਲ ਤੇ ਮੰਤਰੀ ਕੰਚੇ ਖੇਡ ਰਹੇ ਹਨ। ਕੰਚੇ ਬੰਟਿਆਂ ਨੂੰ ਕਹਿੰਦੇ ਆ। ਮੰਮੀ ਡੈਡੀ ਇੱਕ ਦੂਜੇ ਨੂੰ ਫੜਦੇ ਇੱਕ ਦੂਜੇ ਦੇ ਪਿੱਛੇ ਨੱਸਦੇ ਹਨ ਜਦੋਂ ਕਿ ਅਧਿਆਪਕਾ ਕੁਝ ਲਿਖ ਰਹੀ ਹੈ। ਮਤਲਬ ਕੀ ਹੈ ਕਿ ਸਾਰੇ ਹੀ ਜਿਹੜੇ ਵੱਡੇ ਇਸ ਟਾਈਮ ਪੜ੍ਹਾਈ ਨੂੰ ਅਹਿਮ ਸਮਝ ਰਹੇ ਆ ਉਹ ਸਾਰੇ ਹੀ ਖੇਡਾਂ ਦੇ ਵਿੱਚ ਪਏ ਹੋਏ ਆ। ਇੱਕ ਆਵਾਜ਼, ਚਲੋ ਬੱਚਿਓ ਘਰ ਆ ਜਾਓ, ਹੁਣ ਬਹੁਤ ਖੇਡ ਲਏ, ਪੜ੍ਹੋ ਹੁਣ ਆ ਕੇ। ਪ੍ਰਿੰਸੀਪਲ ਅੰਨੇ ਆ। ਨੇਤਾ ਐਵੇਂ ਸਿਰ ਖਾਈ ਜਾਓਗੀ ਬੁੜੀ ਜਿਹੀ। ਮੰਮੀ ਰੋਂਦੀ ਆਉਂਦੀ ਹੈ, ਉਹ ਮੈਨੂੰ ਧੀਰੇ ਨੇ ਮਾਰਿਆ। ਨੇਤਾ ਤੇ ਪ੍ਰਿੰਸੀਪਲ ਉਸ ਨੂੰ ਚੁੱਪ ਕਰਾਉਂਦੇ ਆ। ਸੋ ਇਹ ਸਾਰਾ ਸੀਨ ਹੈ ਕਿ ਜਿਹੜੀ ਇਸ ਸਮੇਂ ਪ੍ਰਿੰਸੀਪਲ, ਨੇਤਾ, ਮੰਮੀ ਪਾਪਾ ਜੋ ਕਿ ਪੜ੍ਹਾਈ ਨੂੰ ਇੰਨਾ ਅਹਿਮ ਸਮਝਦੇ ਆ ਉਹ ਆਪਣੇ ਬਚਪਨ ਦੇ ਵਿੱਚ ਕੀ ਕਰਦੇ ਰਹੇ ਆ।